जिन्ने 22 ਦੇ 22 ਸਾਡੇ ਪ੍ਰੋਡਕਟਸ ਨੇ ਐਗਰੀਕਲਚਰ ਪ੍ਰੋਡਿਊਸ ਜਿਹੜਾ ਹੈਗਾ ਉਹਦੇ ਤੇ ਵੀ MSP ਲੈਣੀ ਚਾਹੀਦੀ ਹੈ। ਆ ਰਿਹਾ ਕਿ ਅਸੀਂ KCC ਕਿਸਾਨਾਂ ਨੂੰ ਦੇ ਰਹੇ ਹਾਂ, ਯਾਨੀ ਕਰਜ਼ਾ ਦੇ ਰਹੇ ਹਾਂ, ਉਹ ਵੀ ਇੱਕ ਅਹਿਸਾਨ ਦੱਸਿਆ ਜਾ ਰਿਹਾ। ਨਹੀਂ ਉਹ ਆਸਾਨ ਕਾਹਦਾ 1.5 ਲੱਖ ਸਾਨੂੰ 1 ਏਕੜ ਤੇ ਮਿਲ ਰਿਹਾ। ਸਾਡੇ 1 ਏਕੜ ਦੀ ਜਿਹੜੀ ਕੀਮਤ ਹੈ ਉਹ 20 ਲੱਖ ਹੈ। ਕੋਈ ਕੋਠੀ ਹੈ ਉਹਦੀ ਕੀਮਤ 1 ਕਰੋੜ ਹੈ, ਪਰ ਬੈਂਕ ਉਹਦੀ ਵੈਲਿਊ 2 ਕਰੋੜ ਲਾ ਕੇ ਉਹਨਾਂ ਨੂੰ 1 ਕਰੋੜ ਰੁਪਈਆ ਦੇ ਦਿੰਦੇ ਆ। ਪਰ ਜਿੱਥੇ ਕਿ ਸਾਡੀ ਜਿਹੜੀ ਜ਼ਮੀਨ ਹੈ ਉਹਨੂੰ ਤੁਸੀਂ 1.5 ਲੱਖ ਦੇ ਰਹੇ ਹੋ, 20 ਲੱਖ MSP ਥੱਲੇ ਉਹਨਾਂ ਨੂੰ ਪ੍ਰੋਪਰ MSP ਦਿੱਤੀ ਜਾਵੇ, ਫਿਰ ਜਾ ਕੇ ਸਾਡਾ ਮੇਰਾ ਖਿਆਲ ਹੈ ਇਹ ਜਿਹੜਾ ਅੰਦੋਲਨ ਹੈ ਇਹ ਸਾਡਾ ਸਫਲ ਹੁੰਦਾ ਹੈ, ਕਿਉਂਕਿ ਇਹ ਵੀ ਮੰਗਾਂ ਵਿੱਚ ਇਹ ਰੱਖਣੀਆਂ ਚਾਹੀਦੀਆਂ। ਨਿਰੀ ਮੰਡੀ ਸਿਸਟਮ ਦਾ ਨਹੀਂ, ਜਿਹੜੇ CBI ਦੇ ਛਾਪੇ ਨੇ ਨਾ ਉਹ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਅਜੇ ਕੋਈ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਇਹ ਨਹੀਂ ਪਤਾ ਉਹ ਕਿਸ ਕੰਟੈਕਸਟ 'ਚ ਛਾਪੇ ਵੱਜ ਰਹੇ ਨੇ। ਮੈਨੂੰ ਅਜੇ ਤੱਕ ਉਹਨਾਂ ਦਾ ਛਾਪਿਆਂ ਦੇ ਬਾਰੇ ਕਲੈਰਿਟੀ ਕੋਈ ਨਹੀਂ ਹੋਈ ਕਿ ਉਸ ਕਿਸ ਕੰਟੈਕਸਟ 'ਚ ਛਾਪੇ ਮਾਰੇ ਜਾ ਰਹੇ। ਮੈਨੂੰ ਅਜੇ ਤੱਕ ਉਹਨਾਂ ਦਾ ਛਾਪਿਆਂ ਦੇ ਬਾਰੇ ਕਲੈਰਿਟੀ ਕੋਈ ਨਹੀਂ ਹੋਈ ਕਿ ਉਸ ਕਿਸ ਕੰਟੈਕਸਟ 'ਚ ਛਾਪੇ ਮਾਰੇ ਜਾ ਰਹੇ। ਜੇ ਤਾਂ ਉਹ ਇਸ ਅੰਦੋਲਨ ਦੇ ਵਾਸਤੇ ਕਰ ਰਹੇ ਨੇ ਕਿ ਇਹ ਅੰਦੋਲਨ 'ਚ ਪਾਰਟਿਸਿਪੇਟ ਕਰ ਰਹੇ ਤੇ ਉਹਨਾਂ ਨੂੰ ਅਸੀਂ ਦਬਾਈਏ ਆੜ੍ਹਤੀਆਂ ਨੂੰ, ਫਿਰ ਤਾਂ ਇਟ ਇਜ਼ ਵੈਰੀ ਅਨਫੋਰਚੂਨੇਟ। ਜਿਹੜਾ ਬੰਦਾ ਹੈ ਇਸ ਵੇਲੇ ਉਹਦਾ ਕੋਈ ਨਾ ਕੋਈ ਰਿਸ਼ਤੇਦਾਰ ਬਾਹਰ ਬੈਠਾ ਔਰ ਉਹਦੀ ਇੱਕ ਅਪੀਲ ਤੇ ਲੱਖਾਂ ਰੁਪਏ ਇਕੱਠੇ ਹੋ ਜਾਣਗੇ। ਵਾਸ਼ਿੰਗਟਨ ਹੈਰਲਡ ਮੇਰਾ ਖਿਆਲ ਕੋਈ ਐਡੀ ਵੱਡੀ ਅਖਬਾਰ ਨਹੀਂ ਰਹੀ, ਲੰਡਨ ਟਾਈਮਸ, ਹਰੇਕ ਮੀਡੀਆ ਹਾਊਸ ਬਾਹਰ ਦਾ ਇਸ ਅੰਦੋਲਨ ਦੇ ਬਾਰੇ ਲਿਖ ਰਿਹਾ ਹੈ। ਤੁਸੀਂ ਉਹਨਾਂ ਨੇ ਤਾਂ ਚਾਹਿਆ ਵੀ ਨਹੀਂ ਸੀ ਕਦੀ ਕਿ ਹਾਂ ਕਿਸਾਨਾਂ ਨੇ ਤੇ ਕੋਈ ਸਾਨੂੰ ਨਵੀਂ ਮੰਡੀ ਚਾਹੀਦੀ ਹੈ ਜਾਂ ਕੋਈ ਸਾਡੇ ਤੇ ਜਿਹੜਾ ਮੰਡੀ ਸਿਸਟਮ ਹੈ ਖਤਮ ਕੀਤਾ ਜਾਵੇ। ਮੈਂ ਤਾਂ ਇਹ ਕਹਿੰਦਾ ਹੈ ਕਿ ਸਾਡੀਆਂ 22 ਆਈਟਮਸ ਨੇ MSP ਦੀਆਂ। ਮੈਂ ਤਾਂ ਇਹ ਕਹਿੰਦਾ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਹੈ ਕਿ ਤੁਸੀਂ ਉਹ 22 ਦੇ 22 ਜਿੰਨੇ 22 ਦੇ 22 ਸਾਡੇ ਪ੍ਰੋਡਕਟਸ ਨੇ ਐਗਰੀਕਲਚਰ ਪ੍ਰੋਡਿਊਸ ਜਿਹੜਾ ਹੈਗਾ ਉਹਦੇ ਤੇ ਵੀ MSP ਲੈਣੀ ਚਾਹੀਦੀ ਹੈ। ਔਰ ਇੱਕ ਮੈਂ ਹੋਰ ਤੁਹਾਨੂੰ ਦੱਸਦਾ, ਸਾਡੇ ਜਿੱਡੇ ਵੀ ਵੱਡੇ ਕਾਰਪੋਰੇਟ ਸੀ ਜਿਨ੍ਹਾਂ ਨੇ ਸਕੈਮ ਕੀਤੇ ਵੱਡੇ ਬੈਂਕਾਂ ਲੁੱਟ ਕੇ ਦੇ ਫਲੱਡ ਦਾ ਕੰਟਰੀ ਛੱਡ ਕੇ ਭੱਜ ਗਏ। ਮੈਂ ਇਹ ਅਪੀਲ ਕਰਦਾ ਕਿ ਜਿਹੜਾ ਸਾਡੇ ਕਿਸਾਨ ਨੇ ਜਿਹੜਾ ਉਹਨਾਂ ਨੂੰ ਅਸੀਂ ਲਿਮਿਟਸ ਜਾਂ ਅਸੀਂ ਲੋਨਸ ਦਿੰਦੇ ਆ that should be given at a very low interest rate, 1 ਜਾਂ 2% ਤੇ ਦੇਣਾ ਚਾਹੀਦਾ। ਇਹ 2.5 ਲੱਖ ਸਾਨੂੰ 1 ਕਿੱਲੇ ਤੇ ਲੋਨ ਦਿੰਦੇ ਨੇ, ਈਵਨ ਵਰਸ 1.5 ਲੱਖ। ਉਹ ਦੱਸਿਆ ਜਾ ਰਿਹਾ ਕਿ ਅਸੀਂ KCC ਕਿਸਾਨਾਂ ਨੂੰ ਦੇ ਰਹੇ ਹਾਂ, ਯਾਨੀ ਕਰਜ਼ਾ ਦੇ ਰਹੇ ਹਾਂ, ਉਹ ਵੀ ਇੱਕ ਅਹਿਸਾਨ ਦੱਸਿਆ ਜਾ ਰਿਹਾ। ਨਹੀਂ ਉਹ ਆਸਾਨ ਕਾਹਦਾ 1.5 ਲੱਖ ਸਾਨੂੰ 1 ਏਕੜ ਤੇ ਮਿਲ ਰਿਹਾ। ਸਾਡੇ 1 ਏਕੜ ਦੀ ਜਿਹੜੀ ਕੀਮਤ ਹੈ ਉਹ 20 ਲੱਖ ਹੈ ਤੇ 20 ਲੱਖ ਤੇ ਸਾਨੂੰ 1.5 ਲੱਖ ਦਾ ਖਰਚਾ ਦੇ ਰਹੇ ਹੋ ਤੁਸੀਂ, ਤੇ ਉਹ ਵੀ ਤੁਸੀਂ ਹਾਈ ਰੇਟ ਜੇਕਰ ਬਿਜ਼ਨਸ 80% ਤੱਕ ਪੇ ਕਰ ਦਿੰਦੇ। ਹਾਂਜੀ, ਜੇਕਰ ਬਿਜ਼ਨਸ ਵਾਸਤੇ ਲੋਨ ਲੈਣਾ ਹੋਵੇ ਤੇ ਜਿੰਨਾ ਉਹਦੇ ਉੱਤੇ ਟੋਟਲ ਖਰਚਾ ਆਉਣਾ ਉਹਦਾ 80% ਪੇ ਕਰਦੇ ਨੇ। ਦੱਸੋ ਇਹ ਓਵਰ ਇਨਵੋਇਸਿੰਗ ਕਰ ਦਿੰਦੇ ਨੇ ਬੈਂਕਸ ਕਿ ਜੇ ਸਪੋਜ਼ ਕਰੋ ਉਹਨਾਂ ਨੇ ਕੋਈ ਕੋਠੀ ਹੈ ਉਹਦੀ ਕੀਮਤ 1 ਕਰੋੜ ਹੈ, ਪਰ ਬੈਂਕ ਉਹਦੀ ਵੈਲਿਊ 2 ਕਰੋੜ ਲਾ ਕੇ ਉਹਨਾਂ ਨੂੰ 1 ਕਰੋੜ ਰੁਪਈਆ ਦੇ ਦਿੰਦੇ ਆ। ਪਰ ਜਿੱਥੇ ਕਿ ਸਾਡੀ ਜਿਹੜੀ ਜ਼ਮੀਨ ਹੈ ਉਹਨੂੰ ਤੁਸੀਂ 1.5 ਲੱਖ ਦੇ ਰਹੇ ਹੋ, 20 ਲੱਖ ਤੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਲੋ ਰੇਟ ਆਫ ਇੰਟਰਸਟ ਔਰ ਬਾਕੀ 22 ਜਿਹੜੀਆਂ ਆਈਟਮਸ ਨੇ ਸਾਡੀਆਂ MSP ਥੱਲੇ ਉਹਨਾਂ ਨੂੰ ਪ੍ਰੋਪਰ MSP ਦਿੱਤੀ ਜਾਵੇ, ਫਿਰ ਜਾ ਕੇ ਸਾਡਾ ਮੇਰਾ ਖਿਆਲ ਹੈ ਇਹ ਜਿਹੜਾ ਅੰਦੋਲਨ ਹੈ ਇਹ ਸਾਡਾ ਸਫਲ ਹੁੰਦਾ ਹੈ, ਕਿਉਂਕਿ ਇਹ ਵੀ ਮੰਗਾਂ ਵਿੱਚ ਇਹ ਰੱਖਣੀਆਂ ਚਾਹੀਦੀਆਂ। ਨਿਰੀ ਮੰਡੀ ਸਿਸਟਮ ਦਾ ਨਹੀਂ, ਆਹ ਜਿਹੜੀਆਂ ਸਿਸਟਮਸ ਆ ਵਾਈ ਬਿਕੋਜ਼ ਫਾਰਮਰ ਸੁਸਾਈਡਸ ਦਾ ਵੱਡਾ ਕਾਰਨ ਹੈ ਬੈਂਕਾਂ ਦੇ ਲੋਨ ਜਾਂ ਆੜ੍ਹਤੀਆਂ ਦਾ ਲੋਨ। ਦੇ ਸ਼ੁੱਡ ਬੀ ਗਿਵਨ ਲੋਨ ਐਟ ਅ ਲੋਅਰ ਇੰਟਰਸਟ ਸੋ ਦੈਟ ਦ ਫਾਰਮਰ ਇਟਸ ਈਜ਼ੀ ਫॉर ਦ ਫਾਰਮਰ ਟੂ ਰੀਪੇ ਦੈਟ ਲੋਨ। ਅੱਛਾ, ਇੱਕ ਚੀਜ਼ ਹੋਰ ਹੈ, ਤੁਸੀਂ ਮੰਡੀ ਸਿਸਟਮ ਨੂੰ ਬੜਾ ਨਜ਼ਦੀਕੀ ਨਾਲ ਸਮਝਦੇ ਹੋ, ਕਿਵੇਂ ਦੇਖਦੇ ਹੋ ਇੱਕ ਆੜ੍ਹਤੀਏ ਤੇ ਇੱਕ ਕਿਸਾਨ ਦਾ ਰਿਸ਼ਤਾ ਕਿਵੇਂ ਦਾ ਹੁੰਦਾ ਹੈ? 9 ਮਾਸ ਦਾ ਰਿਸ਼ਤਾ ਹੈ, ਅੱਜ ਦੀ ਤਰੀਕ ਤਾਂ ਨਹੀਂ ਪਿੱਛੇ ਤੋਂ, ਕਿਉਂਕਿ ਜਦੋਂ ਵੀ ਕਿਸਾਨ ਨੂੰ ਕੋਈ ਲੋੜ ਪੈਂਦੀ ਹੈ, ਕੋਈ 5000 ਦੀ ਕੋਈ 10000 ਦੀ, ਉਦੋਂ ਆੜ੍ਹਤੀਆ ਹੀ ਕੰਮ ਆਉਂਦਾ ਹੈ। ਹੁਣ ਇਹ ਕਹਿੰਦੇ ਨੇ ਕਾਰਪੋਰੇਟਸ ਕੋਲ ਚਲ ਜਾਓ, ਹੁਣ ਮੈਨੂੰ ਅੱਜ ਲੋੜ ਪੈ ਗਈ, ਮੇਰੀ ਬਾਂਹ ਕੌਣ ਫੜੂਗਾ? ਅੰਬਾਨੀ ਸਾਹਿਬ ਤਾਂ ਰਹਿੰਦੇ ਨੇ ਬੰਬੇ,
ਅਡਾਨੀ ਸਾਹਿਬ ਵੀ ਪਤਾ ਨਹੀਂ ਕਿੱਥੇ ਕਿਹੜੀ ਸਟੇਟ ਉੱਤੇ ਵੀ ਬੰਬੇ ਹੀ ਰਹਿੰਦੇ ਹੋਣਗੇ, ਉਹਨਾਂ ਨੂੰ ਲੱਭੂਗਾ ਮੈਂ ਜਾ ਕੇ ਕਿ ਮੈਨੂੰ 10,000 ਦੀ ਲੋੜ ਪੈ ਗਈ। ਮੇਰਾ ਮਤਲਬ ਕਿ ਜਿਹੜਾ ਸਾਡਾ ਬੜਾ ਸਿਸਟਮੈਟਿਕ ਕੰਮ ਚੱਲ ਰਿਹਾ ਆੜਤੀਆਂ ਦਾ ਤੇ ਫਾਰਮਰਸ ਦਾ ਇੱਕ ਫੈਮਿਲੀ ਵਾਂਗੂ ਰਿਸ਼ਤਾ ਹੈ। ਔਰ ਮੈਂ ਸਮਝਦਾ ਕਿ ਫਾਰਮਰਸ ਵੀ ਪ੍ਰੋਗਰੈਸ ਕਰਨ ਤੇ ਆੜਤੀਏ ਵੀ ਪ੍ਰੋਗਰੈਸ ਕਰਨ। ਠੀਕ ਹੈ, ਡਿਸਪਿਊਟ ਹੁੰਦੇ ਰਹਿੰਦੇ ਨੇ, ਉਹ ਤਾਂ ਹਰੇਕ ਬੰਦੇ ਦੇ ਹੁੰਦੇ, ਹਰੇਕ ਫੀਲਡ ਆਫ ਬਿਜ਼ਨਸ 'ਚ ਹੁੰਦੇ ਰਹਿੰਦੇ ਨੇ। ਅੱਛਾ, ਇੱਕ ਚੀਜ਼ ਹੋਰ ਹੈ, ਹੁਣ ਜਦ ਫਾਰਮਰ ਦੇ ਨਾਲ ਆ ਕੇ ਆੜਤੀਆ ਵਰਗ ਖੜ ਗਿਆ ਹੈ ਤਾਂ ਉਹਨਾਂ ਦੇ ਘਰ CBI ਦੇ ਛਾਪੇ ਪੈ ਰਹੇ ਨੇ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਮੰਡੀ ਬੋਰਡ ਨਾਲ ਜੁੜੇ ਹੋਏ ਹੋ? ਜਿਹੜੇ CBI ਦੇ ਛਾਪੇ ਨੇ ਨਾ, ਉਹ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਅਜੇ ਕੋਈ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਇਹ ਨਹੀਂ ਪਤਾ ਉਹ ਕਿਸ ਕੰਟੈਕਸਟ 'ਚ ਛਾਪੇ ਵੱਜ ਰਹੇ ਨੇ ਕਿ ਉਹ ਫਾਰਮਰ ਅੰਦੋਲਨ ਨਾਲ ਹੈ, ਕਿਉਂਕਿ ਆਈ ਐਮ ਨਾਟ ਵੈਰੀ ਕਲੀਅਰ ਸੋ ਫਾਰ। CRPF ਜਿਹੜੀ ਆ ਉਹ ਵੀ ਇੰਪਲੀਮੈਂਟ ਕੀਤੀ ਗਈ, ਉੱਥੇ ਡਿਪਲੋਏ ਕੀਤੀ ਗਈ ਹੈ। ਉਹ ਤਾਂ ਦੇਖੋ ਇੱਕ ਪ੍ਰੋਸੀਜਰਲ ਉਹ ਹੈਗਾ ਉਹਨਾਂ ਦਾ ਵੇ ਆਫ ਆਪਰੇਸ਼ਨ ਇਨਕਮ ਟੈਕਸ ਦਾ, ਕਿ ਉਹ ਲੋਕਲ ਪੁਲਿਸ ਨੂੰ ਨਹੀਂ ਇਨਵੋਲਵ ਕਰਨਾ ਚਾਹੁੰਦੀ, ਉਹਨਾਂ ਕਰ ਲਿਆ। ਪਰ ਮੈਨੂੰ ਅਜੇ ਤੱਕ ਉਹਨਾਂ ਦਾ ਛਾਪਿਆਂ ਦੇ ਬਾਰੇ ਕਲੈਰਿਟੀ ਕੋਈ ਨਹੀਂ ਹੋਈ ਕਿ ਉਸ ਕਿਸ ਕੰਟੈਕਸਟ 'ਚ ਛਾਪੇ ਮਾਰੇ ਜਾ ਰਹੇ ਨੇ। ਜੇ ਤਾਂ ਉਹ ਇਸ ਅੰਦੋਲਨ ਦੇ ਵਾਸਤੇ ਕਰ ਰਹੇ ਨੇ ਕਿ ਇਹ ਅੰਦੋਲਨ 'ਚ ਪਾਰਟਿਸਿਪੇਟ ਕਰ ਰਹੇ ਤੇ ਉਹਨਾਂ ਨੂੰ ਅਸੀਂ ਦਬਾਈਏ ਆੜਤੀਆਂ ਨੂੰ, ਫਿਰ ਤਾਂ ਇਟ ਇਜ਼ ਵੈਰੀ ਅਨਫੋਰਚੂਨੇਟ। ਉਹਦਾ ਜਿਹੜਾ ਸਮਾਂ ਵਾ ਉਹ ਇੱਕ ਬਿਲਕੁਲ ਉਹ ਸਮਾਂ ਵਾ, ਮੈਂ ਉਹੀ ਕਹਿ ਰਿਹਾ ਨਾ ਜੀ, ਟਾਈਮਿੰਗ ਤੋਂ ਤਾਂ ਐਂ ਹੀ ਲੱਗ ਰਿਹਾ ਕਿ ਬਦਲਾਖੋਰੀ ਹੈ, ਪਰ ਫਿਰ ਵੀ ਮੈਂ ਬੈਨੀਫਿਟ ਆਫ ਡਾਊਟ ਅਜੇ ਵੀ ਹੈਗਾ ਹੈ, ਆਈ ਗਿਵ ਇਟ ਟੂ ਦ ਇਨਕਮ ਟੈਕਸ ਕਿ ਉਹ ਸਾਨੂੰ ਦੱਸੇ ਤਾਂ ਸਹੀ ਛਾਪੇ ਮਾਰੇ ਕਾਹਦੇ ਲਈ ਹੈ। ਉਹ ਤਾਂ ਜਦੋਂ ਉਹ ਆਪਦੀ ਰਿਪੋਰਟ ਦੇਣਗੇ ਫਿਰ ਹੀ ਆਈ ਕੈਨ ਕਮੈਂਟ ਔਨ ਦੈਟ, ਬਿਕੋਜ਼ ਕੀ ਉਹਨਾਂ ਨੇ ਉਹਦੇ ਵਿੱਚੋਂ ਫੜਿਆ, ਕੀ ਉਹਦੇ ਵਿੱਚ ਉਹਨਾਂ ਨੇ ਛਾਪੇ ਕਿਉਂ ਮਾਰੇ ਨੇ। ਜੇ ਉਹਨਾਂ ਨੇ ਦਬਾਉਣ ਵਾਸਤੇ ਮਾਰੇ ਨੇ ਤੇ ਇਟ ਇਜ਼ ਅਨਫੋਰਚੂਨੇਟ, ਕਿਉਂਕਿ ਦਬਾਇਆ ਇਹ ਤੁਸੀਂ ਮਨ ਚੋਂ ਕੱਢ ਦਿਓ। ਇਹ ਜਿਹੜਾ ਅੰਦੋਲਨ ਹੈ ਨਾ, ਇਹ ਇਕੱਲੇ ਆੜਤੀਆਂ ਦੀ ਸਪੋਰਟ ਤੇ ਨਹੀਂ ਚੱਲ ਰਿਹਾ, ਸਾਡੇ ਕਰੋੜਾਂਪਤੀ ਅਰਬਾਂਪਤੀ ਸਾਡੇ NRI ਭਰਾ ਬੈਠੇ ਨੇ, ਉਹਨਾਂ ਨੂੰ ਇੱਕ ਆਵਾਜ਼ ਦੇ ਦੇਣ ਇੱਥੇ। ਮੇਰਾ ਖਿਆਲ ਪੰਜਾਬ ਦਾ ਹਰੇਕ ਜਿਹੜਾ ਬੰਦਾ ਹੈ ਇਸ ਵੇਲੇ, ਉਹਦਾ ਕੋਈ ਨਾ ਕੋਈ ਰਿਸ਼ਤੇਦਾਰ ਬਾਹਰ ਬੈਠਾ ਹੈ, ਔਰ ਉਹਦੀ ਇੱਕ ਅਪੀਲ ਤੇ ਲੱਖਾਂ ਰੁਪਏ ਇਕੱਠੇ ਹੋ ਜਾਣਗੇ। ਇਹ ਕਿੱਥੇ ਫਿਰਦੇ ਸਰਕਾਰ? ਤੁਸੀਂ ਐਡੇ ਐਜੂਕੇਟਿਡ ਪੱਤਰਕਾਰ ਹੋ, ਤੁਸੀਂ ਮੈਨੂੰ ਇਹਦਾ ਇੱਕ ਜਵਾਬ ਦੇ ਦਿਓ ਕਿ ਐਡਾ ਵੱਡਾ ਅੰਦੋਲਨ ਇਕੱਲੇ ਆੜਤੀਏ ਚਲਾ ਲੈਣਗੇ? ਐਸ ਮੈਗਨੀਚਿਊਡ ਦਾ ਅੰਦੋਲਨ ਇਕੱਲੇ ਆੜਤੀਏ ਚਲਾ ਲੈਣਗੇ? ਨਹੀਂ, ਇਹਦੇ ਵਿੱਚ ਸਾਡਾ ਹਰ ਇੱਕ ਵਰਗ ਪੰਜਾਬ ਦਾ ਜਿੰਨੀ ਕੁ ਵੀ ਉਹ ਕੰਟਰੀਬਿਊਸ਼ਨ ਕਰ ਸਕਦਾ ਸੀ ਉਹਨਾਂ ਨੇ ਕੀਤੀ। ਸਾਡੇ NRI ਭਰਾ, ਮੇਰੇ ਬੜੇ ਦੋਸਤ ਰਿਸ਼ਤੇਦਾਰ ਨੇ, ਉਹ ਸਾਨੂੰ ਵਾਰ-ਵਾਰ ਇਹੀ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਦੱਸੋ ਸਹੀ ਤੁਹਾਨੂੰ ਚੀਜ਼ ਕੀ ਚਾਹੀਦੀ ਇੱਥੇ ਅੰਦੋਲਨ ਵਾਸਤੇ। ਈਵਨ ਉਹ ਇੱਥੇ ਆਉਣ ਨੂੰ ਵੀ ਤਿਆਰ ਨੇ। ਠੀਕ ਹੈ, ਬਹੁਤ NRI ਆਏ ਨੇ, ਕਈਆਂ ਨਾਲ ਮੈਂ ਗੱਲ ਕੀਤੀ ਜਿਹੜੇ 25 ਸਾਲ 30 ਸਾਲ 70 ਸਾਲ ਬਾਅਦ ਪਹੁੰਚੇ ਨੇ। ਮੈਂ ਕਿਹਾ ਬਹੁਤ NRI ਆਏ ਵੀ ਨੇ, ਬਹੁਤੇ ਆਉਣ ਨੂੰ ਹੋਰ ਵੀ ਤਿਆਰ ਨੇ ਬੈਠੇ, ਪ੍ਰੋਵਾਈਡਡ ਕਿ ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ ਕਦੋਂ ਅਸੀਂ ਆਈਏ। ਸੋ ਇਹ ਅੰਦੋਲਨ ਕਿਸੇ ਰੇਡ ਨਾਲ ਨਹੀਂ ਦੱਬਿਆ ਜਾਣਾ, ਇਹ ਸਿਰਫ ਤੇ ਸਿਰਫ ਗੱਲਬਾਤ ਨਾਲ ਦੱਬਿਆ ਜਾਣਾ, ਜਾਂ ਗੱਲਬਾਤ ਨਾਲ ਹੀ ਇਹ ਅੰਦੋਲਨ ਦਾ ਹੱਲ ਹੋਣਾ, ਅਦਰਵਾਈਜ਼ ਇਹ ਨਹੀਂ ਹੋਣਾ। ਠੀਕ ਹੈ, ਤੁਹਾਡੇ ਨਾਲ ਗੱਲਬਾਤ ਕੀਤੀ। ਮੰਡੀ ਬੋਰਡ ਨੂੰ ਤੁਸੀਂ ਬੜੇ ਨਜ਼ਦੀਕੀ ਸਮਝਦੇ ਸੀ, ਇਸ ਕਰਕੇ ਮੈਂ ਤੁਹਾਡੇ ਤੋਂ ਜਿਹੜੇ ਸਵਾਲ ਹੈ 2-4 ਮੰਡੀ ਨੂੰ ਲੈ ਕੇ ਪੁੱਛੇ। ਪਰ ਇੱਕ ਆਖਰ ਦੇ ਵਿੱਚ ਤੁਹਾਡਾ ਮੈਸੇਜ ਕੀ ਹੋਵੇਗਾ ਉਹਨਾਂ ਕਿਸਾਨਾਂ ਵਾਸਤੇ, ਖਾਸ ਤੌਰ ਤੇ ਜਿਹੜੇ ਹਾਲੇ ਵੀ ਘਰ ਬੈਠੇ ਨੇ ਉਹਨਾਂ ਵਾਸਤੇ? ਮੈਂ ਤਾਂ ਕਹਿੰਦਾ ਕਿ ਸਾਡੇ ਜਿੰਨੇ ਭਰਾ ਵੀ ਘਰ ਬੈਠੇ ਨੇ, ਆਪਣੀ ਡਿਊਟੀ ਸਮਝਦੇ ਹੋਏ ਆਪਣਾ ਜਿੰਨਾ ਵੀ ਕੰਟਰੀਬਿਊਟ ਕਰ ਸਕਦੇ ਨੇ ਇਸ ਅੰਦੋਲਨ 'ਚ ਕਰਨਾ ਚਾਹੀਦਾ। ਤੁਸੀਂ ਕਿਸ ਜਥੇਬੰਦੀ ਨਾਲ ਜੁੜੇ ਹੋ, ਕਿਸ ਪੋਲੀਟੀਕਲ ਪਾਰਟੀ ਨਾਲ ਜੁੜੇ ਹੋ, ਇਰਰਿਸਪੈਕਟਿਵ ਆਫ ਦੈਟ ਘਰਾਂ 'ਚੋਂ ਨਿਕਲਣ। ਮੈਂ ਤਾਂ ਇੱਥੋਂ ਤੱਕ ਕਹਿ ਰਿਹਾ ਕਿ ਮੈਂ ਤਾਂ ਹੁਣ ਜਿਹੜਾ ਅਗਲਾ ਫੇਜ਼ ਹੈਗਾ, ਤੇ ਮੈਂ ਤਾਂ ਅਪੀਲ ਕਰੂੰਗਾ ਆਪਦੇ ਬੇਟੇ ਨੂੰ ਵੀ ਕਿ ਉਹ ਵੀ ਇੱਕ ਜਥਾ ਲੈ ਕੇ ਇੱਥੇ ਲੀਡ ਕਰੇ, ਤੇ ਉਹ ਵੀ ਇੱਥੇ ਆਵੇ, ਸੇਵਾ ਕਰੇ ਲੋਕਾਂ ਦੀ। ਔਰ ਜੋ ਵੀ ਸਾਡੀਆਂ ਜਥੇਬੰਦੀਆਂ, ਜੋ ਸਾਡਾ ਕਿਸਾਨੀ ਅੰਦੋਲਨ ਚੱਲ ਰਿਹਾ, ਉਹਦਾ ਇੱਕ ਹਿੱਸਾ ਬਣੇ। ਤੇ ਮੈਂ ਸਾਰੇ ਵੀਰਾਂ ਨੂੰ ਆਪਣਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਨਿਕਲੋ ਘਰੋਂ, ਇਹ ਅੰਦੋਲਨ ਮੇਰਾ ਨਹੀਂ ਜਾਂ ਤੁਹਾਡਾ ਨਹੀਂ, ਇਹ ਅੰਦੋਲਨ ਸਾਂਝਾ ਹੈ, ਔਰ ਸਾਂਝੇ ਅੰਦੋਲਨ 'ਚ ਸਾਰਿਆਂ ਨੂੰ ਜੀ ਆਇਆਂ ਨੇ। ਔਰ ਜਿਹੜੇ ਮੇਰੇ ਵੀਰ ਭਰਾ ਅਜੇ ਤੱਕ ਨਹੀਂ ਆਏ, ਜਾਂ ਜਿਹੜੀਆਂ ਸਾਡੀਆਂ ਭੈਣਾਂ ਐਡੀ ਵੱਡੀ ਗਿਣਤੀ 'ਚ ਇੱਥੇ ਪਾਰਟਿਸਿਪੇਟ ਕਰ ਰਹੀਆਂ, ਜਿਹੜੀਆਂ ਨਹੀਂ ਆਈਆਂ, ਉਹਨਾਂ ਨੂੰ ਵੀ ਇੱਥੇ ਆ ਕੇ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ। ਇਹ
ਇਹ ਅੰਦੋਲਨ ਹੁਣ ਕਿਸੇ ਇੱਕ ਦਾ ਨਹੀਂ ਰਹਿ ਗਿਆ, ਇਹ ਜਨ ਅੰਦੋਲਨ ਬਣ ਗਿਆ ਔਰ ਇਹਦੀ ਜਿਹੜੀ ਗੂੰਜ ਹੈ ਸਾਰੇ ਵਰਲਡ 'ਚ ਗਈ ਹੈ। ਸਾਰੇ ਵਰਲਡ 'ਚ ਇਸ ਵੇਲੇ ਕਿਸਾਨ ਦੀ ਜਿਹੜੀ ਚੱਲ ਰਹੀ ਹੈ ਐਜੀਟੇਸ਼ਨ ਸਾਰਿਆਂ ਦੇ ਇਸ ਵੇਲੇ ਇਟਸ ਹਾਈਲਾਈਟਡ ਈਵਨ ਇਨ ਦਾ ਮੀਡੀਆ, ਨਿਊਯਾਰਕ ਟਾਈਮਸ, ਵਾਸ਼ਿੰਗਟਨ ਹੈਰਲਡ, ਮੇਰਾ ਖਿਆਲ ਕੋਈ ਐਡੀ ਵੱਡੀ ਅਖਬਾਰ ਨਹੀਂ ਰਹੀ, ਲੰਡਨ ਟਾਈਮਸ, ਹਰੇਕ ਮੀਡੀਆ ਹਾਊਸ ਬਾਹਰ ਦਾ ਇਸ ਅੰਦੋਲਨ ਦੇ ਬਾਰੇ ਲਿਖ ਰਿਹਾ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਜਾਇਜ਼ ਨੇ ਔਰ ਇਹ ਜਿਹੜੀ ਆਪਣਾ ਮੋਦੀ ਸਾਹਿਬ ਦਾ ਅੜੀਅਲ ਵਤੀਰਾ ਹੈ ਇਹ ਉਹਨਾਂ ਨੂੰ ਤਿਆਗ ਕੇ ਆਪਣੇ ਕਿਸਾਨ ਜਿਹੜੇ ਕਿ ਉਹਨਾਂ ਦੇ ਹੀ ਭਰਾ, ਉਹਨਾਂ ਦੇ ਪੁੱਤਰ ਔਰ ਉਹਨਾਂ ਦੇ ਦੇਸ਼ ਵਾਸੀ ਜਿਹੜੇ ਇੱਥੇ ਬੈਠੇ ਨੇ। ਪ੍ਰਾਈਮ ਮਿਨਿਸਟਰ ਇਜ਼ ਅ ਵੈਰੀ ਰਿਸਪੌਂਸਿਬਲ ਪੋਸਟ ਔਰ ਪ੍ਰਾਈਮ ਮਿਨਿਸਟਰ ਸਾਂਝਾ ਹੁੰਦਾ ਹੈ ਸਾਰੇ ਦੇਸ਼ ਦਾ। ਇਹ ਨਹੀਂ ਕਿ ਇਹ ਪ੍ਰਾਈਮ ਮਿਨਿਸਟਰ ਇਕੱਲਾ ਕਾਰਪੋਰੇਟਸ ਦਾ ਬਣ ਕੇ ਰਹਿ ਗਿਆ। ਮੈਂ ਨਹੀਂ ਸਮਝਦਾ ਕਿ ਕਾਰਪੋਰੇਟਸ ਦਾ ਤੁਸੀਂ ਮਦਦ ਕਰੋ, ਉਹ ਵੀ ਇੱਕ ਸਾਡੀ ਦੇਸ਼ ਦਾ ਹਿੱਸਾ ਹੈ ਜਿੱਥੇ ਜਿਹੜੇ ਕਿ ਡਿਵੈਲਪਮੈਂਟ ਉਹ ਵੀ ਕਰਾਉਂਦੇ, ਉਹਨਾਂ ਦਾ ਵੀ ਹਿੱਸਾ ਸਾਡੇ ਦੇਸ਼ 'ਚ, ਪਰ ਉਹਨਾਂ ਦੀ ਕਾਸਟ ਤੇ ਸਾਡੇ ਫਾਰਮਰਸ ਨੂੰ ਨਾ ਮਾਰੋ। ਮੈਂ ਇਹ ਕਹਿੰਦਾ ਕਿ ਤੁਸੀਂ ਪ੍ਰਾਈਮ ਮਿਨਿਸਟਰ ਸਾਰਿਆਂ ਦੇ ਸਾਂਝੇ ਹੋ ਤੇ ਸਾਂਝੀ ਗੱਲ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਫਾਰਮਰ ਨਾਰਾਜ਼ ਹੈ ਤੇ ਉਹਨਾਂ ਦੀਆਂ ਜਿਹੜੀਆਂ ਵਾਜਬ ਮੰਗਾਂ ਹੈ ਕਾਨੂੰਨ ਤਾਂ ਰੱਦ ਕਰੋ ਹੀ ਕਰੋ, ਜਿਹੜੀਆਂ ਹੋਰ ਵੀ ਵਾਜਬ ਮੰਗਾਂ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬੈਂਕਿੰਗ ਸਿਸਟਮ ਵਾਸਤੇ ਉਹਨਾਂ ਨੂੰ ਐਟ ਅ ਲੋਅਰ ਰੇਟ ਆਫ ਇੰਟਰਸਟ ਉਹਨਾਂ ਨੂੰ ਲੋਨ ਦਿੱਤੇ ਜਾਣ, ਜਾਂ ਜਿਹੜੀਆਂ ਬਾਕੀ ਦੀਆਂ ਫਸਲਾਂ ਹੈ ਉਹਨਾਂ ਤੇ ਬਣਦੀ ਢੁਕਵੀਂ MSP ਦਿੱਤੀ ਜਾਵੇ ਤਾਂ ਕਿ ਨੈਚੁਰਲੀ ਉਹ ਜਿਹੜਾ ਡਾਈਵਰਸੀਫਿਕੇਸ਼ਨ ਆਫ ਐਗਰੀਕਲਚਰ ਪ੍ਰੋਡਿਊਸ ਆ ਉਹ ਆਪਣੇ ਆਪ ਨੈਚੁਰਲੀ ਹੋ ਜਾਵੇ। ਇਹ ਸਨ ਸਾਡੇ ਨਾਲ ਮੰਡੀ ਬੋਰਡ ਦੇ ਆਗੂ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ APMC ਇਨੀਸ਼ੀਅਲ ਕਮੋਡਿਟੀ ਐਕਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਦੀਆਂ ਬਾਰੀਕੀਆਂ ਤੇ ਵੀ ਇਹਨਾਂ ਨੇ ਬੜੇ ਵਿਸਥਾਰ ਦੇ ਨਾਲ ਚਰਚਾ ਕੀਤੀ। ਫਿਲਹਾਲ ਤਾਜ਼ਾ ਅਪਡੇਟ ਲਈ ਲਗਾਤਾਰ ਬਣੇ ਰਹੋ ਚੱਕ ਤੇ ਟੀਵੀ ਨਾਲ।